ਗਵਰਨਰ ਸਾਹਿਬ ਨੂੰ ਜਿਹੜਾ ਮੂਸੇਵਾਲਾ ਸਾਹਿਬ ਦਾ ਇਹ ਹਾਦਸਾ ਹੋਇਆ ਹੈ ਉਹਦੇ ਮੁਤਲਕ ਮਿਲ ਕੇ ਆਏ हैं और तमाम चीज़ों बारे जानकारी दे के आए कि किस तरह पंजाब दे विच लॉ एंड ऑर्डर की स्थिति है और ये सीधा सीधा सिद्धू मूसेवाला साहब की जान बचाई जा सकती सी जे पंजाब सरकार यानी कि भगवंत मान ते पंजाब दे DGP सजीदगी विखाउंदे। जिस तरह जिस व्यक्ति नूं इंटैलीजेंसी ब्यूरो ने और रॉ दी रिपोर्ट के मुताबिक एक बहुत बड़ा खतरा दस्या गया सी उहदी जान नूं और उस तो बाद तुसी अज भी अखबारां च पढ़िया होना है कि एक शाहरुख नाम का व्यक्ति जिहड़ा 1 महीना पहला पुलिस ने फड़िया और जिन्हें ये गल कही कि मैं सिद्धू मूसेवाले नूं रैकी करन गया सी मारन वास्ते, लेकिन उहदे कोले हथियारबंद व्यक्ति जिहड़े सिक्योरिटी गार्ड सीगे उन्हां नूं देख के फिर मैं इस घटना नूं अंजाम नहीं पहुँचा सकिया तो मैं वापस आ गया। फिर दिल्ली पुलिस ने भी इन्हां नूं लिखिया, लेकिन इस दे बावजूद भी सिक्योरिटी ਵਧਾਉਣ ਦੀ बजाय ਜਿਹੜੀ कि ਸਾਡੀ सरकार ने 10 व्यक्ति ਤੇ ਇੱਕ ਜਿਪਸੀ ਉਹਨਾਂ ਨੂੰ ਦਿੱਤੀ ਸੀ, ਉਹਨਾਂ ਦੀ ਸਿਕਿਉਰਿਟੀ ਵਿਡਰਾਅ ਕਰ ਲਈ ਗਈ। ਔਰ ਸਭ ਤੋਂ ਮਾੜੀ ਗੱਲ ਕੀ ਹੋਈ, ਇਹ ਕੱਲ ਸਾਨੂੰ ਹੋਮ ਮਿਨਿਸਟਰ ਸਾਹਿਬ ਸਾਬਕਾ ਨੇ ਦੱਸਿਆ, ਸੁਖਜਿੰਦਰ ਜੀ ਨੇ, ਕਿ ਇਹ ਸੀਕ੍ਰੇਟ ਡਾਕੂਮੈਂਟ ਹੁੰਦਾ ਹੈ। ਅਗਰ ਕਿਸੇ ਦੀ ਸਿਕਿਉਰਿਟੀ ਜਿਹਨੂੰ ਥ੍ਰੈਟ ਹੈਗਾ और सिक्योरिटी घटा भी रहे हो तुसी, और किहड़े मापदंड तुसी लए, लेकिन वो जनतक नहीं कर सकते फोकी शौहरत दे वास्ते। कि असी फेसबुक ते भगवंत मान जी ने लिखा कि असी मूसेवाला दी ते डेरा ब्यास दी सिक्योरिटी वापस ले ली गई और ठीक दूजे दिन इस दुर्घटना नूं जिहड़ा है ये तुसी देखिया जो होया। सो कहण दा भाव अज जिहड़ा असी मिल के आए हैं ये बहुत वड्डी अनहोनी है, जिहड़ा मैं समझदा हर व्यक्ति अज डर रहा है। और अज भी दिन दिहाड़े एक बस नूं लुट लिया गया, ड्राइवर ते कंडक्टर दे कंन नाल पिस्टल ला के। ये हालात ने लॉ एंड ऑर्डर दे और असी ये मंग करके आए हैं कि एक तो NIA दी इंक्वायरी होनी चाहिए है। ਜਿਹੜੇ ऑफिसरां ने कोताही की और बिना फाइलां चेक किए सिक्योरिटी वापस ली उन्हां ते FIR दर्ज होनी चाहिए है। ईवन भगवंत मान जी ने ये सारी जिहड़ी घटना बींगे होम मिनिस्टर जिहड़ी आपदे फेसबुक ते पाई कि जिहड़ा गुनाह किया जिहड़ा नहीं पाउणा चाहिए सी, दसना जिहड़ा सीक्रेसी लीक की, पूरी बनती कार्रवाई, बेशक वो मुख्यमंत्री है, बेशक वो होम मिनिस्टर है, बेशक वो नीचे कोई भी व्यक्ति है, उन्होंने होनी चाहिए है। इस मुतलक असी अज ये डेलीगेशन लैके ये मंग करके आए हैं कि उन्होंने ऑफिसर साहबाना ते बनती कार्रवाई सरकार ते होनी चाहिए है, जिन्हां दी वजह दे करके एक प्यारा साथी साडे तो चला गया। कि ਉਹਦੇ ਵਿੱਚ ਅਸੀਂ ਇੱਕ ਸਪੈਸ਼ਲ ਇਹ ਵੀ ਐਸਪੈਕਟ ਲਿਆ ਹੈ ਕਿ ਸਿਕਿਉਰਿਟੀ ਅਪਰੇਜ਼ਲ ਹੋਣ ਤੇ ਹੀ ਸਾਰਿਆਂ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ। ਅਪਰੇਜ਼ਲ ਤੋਂ ਬਿਨਾਂ ਕਿਸੇ ਦੀ ਸਿਕਿਉਰਿਟੀ ਵਾਪਸ ਲਈ ਨਹੀਂ ਜਾ ਸਕਦੀ। ਅਸੀਂ ਇਹ ਵੀ ਗੱਲ ਕਹੀ ਹੈ ਕਿ ਥੋੜਾ ਜਿਹਾ ਸਟੱਡੀ ਕਰੋ ਕਿ ਕੇਜਰੀਵਾਲ ਸਾਹਿਬ ਜਿਹੜੇ ਦੇ ਆਕਾ ਨੇ ਭਗਵੰਤ ਮਾਨ ਜੀ ਦੇ, ਇਹਨਾਂ ਨੂੰ ਕਿਸ ਕੈਪੈਸਿਟੀ 'ਚ ਇੱਥੋਂ 90 ਬੰਦੇ ਦਿੱਤੇ ਗਏ ਜਾਂ 82 ਬੰਦੇ ਦਿੱਤੇ। ਰਾਘਵ ਚੱਡਾ ਜੀ ਜਿਸ ਤਰ੍ਹਾਂ ਬਾਕੀ ਦੇ ਸਾਰਿਆਂ ਦੀ ਕੈਟੇਗਰੀ ਇੱਕ ਬਣਾਓ, ਰਾਜ ਸਭਾ ਦੇ ਬਾਕੀਆਂ ਨੂੰ 2-2 3-3 ਦਿੱਤੇ, ਇਹਨਾਂ ਨੂੰ 50 55 60 ਇੱਕ ਘਰ ਦੇ ਉੱਤੇ 5 ਸਟੈਂਡ ਗਾਰਡਸ ਇਹਨਾਂ ਨੂੰ ਸਟੈਂਡਿੰਗ ਗਾਰਡਸ ਦਿੱਤੇ ਗਏ ਨੇ, ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਦਿੱਤੇ ਗਏ ਨੇ ਜੀ। ਇਹਦੀ ਅਪਰੇਜ਼ਲ ਵੀ ਹੋਣੀ ਚਾਹੀਦੀ। ਨਾਲ ਅਸੀਂ ਇਹ ਵੀ ਨੋਟਿਸ ਲੈ ਕੇ ਆਂਦਾ ਕਿ ਵੇਖੋ ਕਿਸੇ ਵੀ ਮੇਜਰ ਇਨਸੀਡੈਂਟ ਤੋਂ ਪਹਿਲੇ ਪੰਜਾਬ ਪੁਲਿਸ ਨੇ ਕਿਸੇ ਨੂੰ ਵਾਰਨ ਤੱਕ ਨਹੀਂ ਕੀਤਾ ਤੇ ਇਨਸੀਡੈਂਟ ਹੋਇਆ ਨਹੀਂ ਤੇ ਅੱਧੇ ਘੰਟੇ 'ਚ ਇਹਨਾਂ ਨੂੰ ਪਤਾ ਲੱਗ ਜਾਂਦਾ ਬੰਦਾ ਅਮਰੀਕਾ 'ਚ ਬੈਠਾ ਜੀ। ਅਮਰੀਕਾ ਦੇ ਵਿੱਚ ਭੋਲਾ ਡਰੱਗ ਕੇਸ ਵਾਲੇ ਬੰਦੇ
ਉਹ ਵੀ ਸਾਰੇ ਅਮਰੀਕਾ ਕੈਨੇਡਾ 'ਚ ਬੈਠੇ ਨੇ। ਕੀ ਮੌਜੂਦਾ ਸਰਕਾਰ ਇਹ ਦੱਸੇ ਅਸੀਂ ਕੋਈ ਐਫਰਟ ਕੀਤਾ ਉਹਨਾਂ ਨੂੰ ਐਕਸਟ੍ਰਾਡਾਈਟ ਕਰਵਾਉਣ ਦਾ? ਕੀ ਭਗਵੰਤ ਮਾਨ ਜੀ ਨੇ ਕਦੀ ਮਿਨਿਸਟਰੀ ਆਫ ਹੋਮ ਅਫੇਅਰਸ ਨਾਲ, ਕਦੀ ਹਾਈ ਕਮਿਸ਼ਨਰ ਆਫ ਕੈਨੇਡਾ ਨਾਲ ਜਾਂ ਇੰਟਰਪੋਲ ਦੇ ਨਾਲ ਕਦੀ ਇਹਨਾਂ ਕਨੈਕਟ ਕੀਤਾ ਕਿ ਉਹ ਬੰਦੇ ਬਾਹਰ ਬੈਠੇ ਨੇ? ਇਸ ਤੋਂ ਪਹਿਲੇ ਕਬੱਡੀ ਦਾ ਇੱਕ ਨਾਮੀ ਪਲੇਅਰ ਨਕੋਦਰ ਦੇ ਕੋਲ ਮਾਰਿਆ ਗਿਆ, ਉਹ ਵੀ ਜ਼ਿੰਮੇਵਾਰੀ ਕੈਨੇਡਾ 'ਚੋਂ ਕਿਸੇ ਨੇ ਲਈ ਜਾਂ ਅਮਰੀਕਾ 'ਚੋਂ ਲਈ ਗਈ। ਹੁਣ ਵਾਲਾ ਇਨਸੀਡੈਂਟ ਵੀ ਉਸ ਤਰ੍ਹਾਂ ਹੋਇਆ, ਜ਼ਿੰਮੇਵਾਰੀ ਕਿਹਦੀ ਇਹਨਾਂ ਨੂੰ ਵਾਪਸ ਲਿਆਉਣ ਦੀ? ਜਦੋਂ ਇਨਸੀਡੈਂਟ ਹੁੰਦਾ ਅੱਧੇ ਘੰਟੇ ਦੇ ਵਿੱਚ ਇਹ ਜਿੰਨੀ ਫੁਰਤੀ ਵਿਖਾਉਂਦੇ ਨੇ ਇਹਨਾਂ ਪਹਿਲੇ ਕਦੀ ਕਿਉਂ ਨਹੀਂ ਵਿਖਾਈ ਸੀ? ਸੋ ਇਹ ਸਾਰੀਆਂ ਚੀਜ਼ਾਂ ਅਸੀਂ ਗੱਲ ਕਹੀ ਹੈ ਕਿ ਟੈਕਨੀਕਲ ਨੋ ਹੋ ਕੱਲੀ NIA ਨੇ। ਕੱਲ ਨੂੰ ਬਾਹਰੋਂ ਐਕਸਟ੍ਰਾਡਾਈਟ ਕਰਾਣੇ ਜਿਹੜੇ ਮੁਲਜ਼ਮ ਨੇ ਉਹ ਵੀ NIA ਕੋਲ ਪਾਵਰਸ ਨੇ, ਪੰਜਾਬ ਪੁਲਿਸ ਕੋ ਕੋਈ ਨਹੀਂ, ਕਿਉਂਕਿ ਇੰਟਰਪੋਲ ਦੇ ਨਾਲ ਕਨੈਕਟ ਕਰਨ ਵਾਸਤੇ ਦੇ ਹੈਵ ਇੱਕ ਏਜੰਸੀ ਏਅਰ ਮਾਰਕਟ ਦੈਟਸ ਦ CBI। NIA ਕੋ ਬੈਟਰ ਜਿਹੋ ਜਿਹੇ ਵੈਪਨ ਇੱਥੇ ਚੱਲੇ AN-94 ਜਿਹੜੀ ਹੈ ਉਹ ਮੇਰੇ ਖਿਆਲ ਸਾਡੀ ਪੈਰਾ ਮਿਲਟਰੀ ਫੋਰਸਸ ਕੋ ਵੀ ਹੈ ਨਹੀਂ ਇੱਥੇ। ਇਹ ਸਾਰੀਆਂ ਚੀਜ਼ਾਂ ਸਾਹਮਣੇ ਲਿਆਉਣ ਦੀ ਲੋੜ ਹੈ ਤੇ ਅਸੀਂ ਇਹਦੀ ਸੰਜੀਦਗੀ ਨੂੰ ਵੇਖਦੇ। ਤੁਸੀਂ ਸਵਾਲ ਕੀਤਾ ਹਾਈ ਕੋਰਟ ਜਾਣ ਦਾ, ਹਾਈ ਕੋਰਟ ਦੀ ਜਗ੍ਹਾ ਸੁਪਰੀਮ ਕੋਰਟ ਵੀ ਜਾਵਾਂਗੇ। ਪਹਿਲੇ ਸਾਨੂੰ ਪੂਰਨ ਆਸ ਹੈ ਕਿ ਗਵਰਨਰ ਸਾਹਿਬ ਇਹ ਸਾਡੀ ਗੱਲ ਇਸ ਡਿਮਾਂਡ ਨੂੰ, ਕਿਉਂਕਿ ਅਸੀਂ ਇਹ ਵੀ ਗੱਲ ਕਹੀ ਅਸੀਂ ਟੈਰਰਿਜ਼ਮ ਵੇਖਿਆ, ਟੈਰਰਿਜ਼ਮ ਵੀ ਐਂ ਹੀ ਸਟਾਰਟ ਹੋਇਆ ਸੀ। ਛੋਟੀਆਂ ਚੀਜ਼ਾਂ ਨਜ਼ਰਅੰਦਾਜ਼ ਹੋਈਆਂ ਤੇ ਮੇਜਰ ਚੀਜ਼ਾਂ ਹੋਈਆਂ ਨੇ। ਕਾਈਂਡਲੀ ਪੰਜਾਬ ਵੱਲ ਧਿਆਨ ਕਰੋ। ਹਰ ਰੋਜ਼ ਇਹ ਇਨਸੀਡੈਂਟ ਹੋ ਰਹੇ ਨੇ ਕਿਉਂਕਿ ਇਹ ਨਾਕਾਬਲ ਨੇ, ਇਨਐਕਸਪੀਰੀਅੰਸ ਨੇ, ਨਾਨ ਸੀਰੀਅਸ ਨੇ। ਅਸੀਂ ਕੰਡੈਮ ਕਰਨੇ ਅੱਜ ਵੀ ਕਿ ਭਗਵੰਤ ਮਾਨ ਦੀ ਆਪਣੀ ਫਟਰਨਿਟੀ ਤੋਂ ਮੂਸਾਵਾਲਾ ਸਾਹਿਬ ਸੀ, ਅਜੇ ਤੱਕ ਅਫਸੋਸ ਕਰਨ ਤੱਕ ਨਹੀਂ ਕੋਈ ਇਹਨਾਂ ਦਾ। ਕੱਲ 2 ਮੰਤਰੀ ਆ ਕੇ ਰਾਜ ਸਭਾ ਵਾਲਿਆਂ ਨੂੰ ਕਾਗਜ਼ ਭਰਾਉਣ ਚਲੇ ਗਏ, ਲਾਲ ਪੀਲੇ ਕੱਪੜੇ ਪਾਏ ਵਾਲੇ। ਉੱਥੇ ਜਾਣ ਦੀ ਕਿਸੇ ਨੇ ਕਦੀ ਜ਼ਿੰਮੇਵਾਰੀ ਨਹੀਂ ਸਮਝਦੀ। ਸੋ ਇਹ ਇਨਸੈਂਸਿਟਿਵ ਹੈ ਨੇ ਲੋਕ। ਇਹਨਾਂ ਤੋਂ ਸਾਨੂੰ ਕੋਈ ਐਕਸਪੈਕਟੇਸ਼ਨ ਨਾ ਸਾਨੂੰ ਨਾ ਪੰਜਾਬ ਦੇ ਲੋਕਾਂ ਨੂੰ। ਹਰ ਆਦਮੀ ਦੀ ਜ਼ਿੰਦਗੀ, ਹਰ ਆਦਮੀ ਦੀ ਪ੍ਰਾਪਰਟੀ ਅੱਜ ਕੋਈ ਮਹਿਫੂਜ਼ ਨਹੀਂ। ਤੋ ਇਹੀ ਸਾਡੀ ਗੁਜ਼ਾਰਿਸ਼ ਸੀ ਕਿ ਅੱਜ ਕਨਸਟੀਟਿਊਸ਼ਨਲੀ ਹੀ ਇਜ਼ ਦੀ ਪਰਸਨ ਹੂ ਕੈਨ ਲੁੱਕ ਆਫਟਰ ਦਿਸ। NIA ਦੀ ਅਸੀਂ ਮੰਗੀ, ਬਾਕੀ ਚੀਜ਼ਾਂ ਵੀ ਹੋਰ ਬਹੁਤ ਸਾਰੀਆਂ ਨੇ ਜਿਹੜੀਆਂ ਜਿਹੜੀ ਤੁਸੀਂ ਹਾਈ ਕੋਰਟ ਦੀ ਗੱਲ ਕਹਿ ਰਹੇ ਹੋ, ਉਹ ਹਾਈ ਕੋਰਟ ਅਸੀਂ ਚੀਫ ਜਸਟਿਸ ਸਾਹਿਬ ਨੂੰ ਲਿਖਿਆ। ਪਹਿਲਾਂ ਤਾਂ ਸਰਕਾਰ ਤਿਆਰ ਨਹੀਂ ਸੀ ਇਸ ਗੱਲ ਤੇ। ਜਦੋਂ ਇਹ ਦਬਾਅ ਪਾਇਆ ਗਿਆ ਮਾਂ-ਬਾਪ ਵੱਲੋਂ ਤੇ ਸਾਡੇ ਵੱਲੋਂ ਕਿ ਸਿਟਿੰਗ ਹਾਈ ਕੋਰਟ ਜੱਜ ਦੇ ਅੰਡਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਫਿਰ ਉਹਨਾਂ ਨੇ ਇੱਕ ਪ੍ਰੈਸ ਰਿਲੀਜ਼ ਕਹਿੰਦੇ ਅਸੀਂ ਕਰ ਦਿੰਦੇ। ਅਸੀਂ ਆਖਿਆ ਅਸੀਂ ਪ੍ਰੈਸ ਰਿਲੀਜ਼ ਨਹੀਂ ਚਾਹੁੰਦੇ, ਸਾਨੂੰ ਡਾਕੂਮੈਂਟ ਚਾਹੀਦਾ। ਫਿਰ ਉਹਨਾਂ ਨੇ ਦਬਾਅ ਪਾਉਣ ਦੇ ਬਾਅਦ ਇੱਕ ਚਿੱਠੀ ਲਿਖੀ ਹੈ ਹੋਮ ਸੈਕਟਰੀ ਨੇ ਟੂ ਮਿਸਟਰ ਬੇਰੀ ਰਜਿਸਟਰਾਰ ਕਿ ਟਾਈਮ ਅਭੀ ਆ ਸਾਡੀ ਜਿਹੜੀ ਹੈ ਇਹ ਅੰਡਰ ਸਿਟਿੰਗ ਜੱਜ ਇਨਕੁਆਇਰੀ ਹੋਣੀ ਚਾਹੀਦੀ ਹੈ। ਅਸੀਂ ਆਪਦੇ ਵੱਲੋਂ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਅਸੀਂ ਵੀ ਇੱਕ ਰਿਪਰੈਜ਼ੈਂਟੇਸ਼ਨ ਭੇਜੀ ਹੈ ਮਿਸਟਰ ਬੇਰੀ ਨੂੰ ਫॉर ਅਪਾਇੰਟਮੈਂਟ ਫਰਮ ਚੀਫ ਜਸਟਿਸ। ਅਸੀਂ ਵੀ ਇਹ ਚਾਹੁੰਦੇ ਕਿ ਅਸੀਂ ਜਾ ਕੇ ਰਿਕੁਐਸਟ ਕਰੀਏ ਕਿ ਇਹ ਜਿਹੜਾ ਤਮਾਮ ਮੈਟਰ ਹੈ ਉਹਦੇ ਵਿੱਚ ਇਹ ਮੰਗ ਕੀਤੀ ਗਈ ਸੀ ਕਿ ਸਿਟਿੰਗ ਜੱਜ ਦੇ ਅੰਡਰ ਇਨਵੈਸਟੀਗੇਸ਼ਨ ਹੋਵੇ ਔਰ ਅਸਿਸਟੈਂਟ ਨਾਲ ਜਿਹੜੀ NIA ਦੀ ਹੋਣੀ ਜ਼ਰੂਰੀ ਹੈ। ਸੋ ਇਹ ਸਾਡੀ ਮੰਗ ਸੀ। ਤੁਹਾਡੇ ਸਵਾਲ ਦਾ ਜਵਾਬ ਹਾਦਸਾ ਹੋਇਆ, ਇਸ ਦੇ ਬਾਵਜੂਦ ਅੱਜ ਬੱਸ ਲੁੱਟ ਲਈ ਗਈ ਹੈ। 2 ਮਹੀਨਿਆਂ ਦੀ ਸਰਕਾਰ ਦੇ ਵਿੱਚ 40 ਵਿਅਕਤੀਆਂ ਦੇ ਮਰਡਰਸ ਹੋ ਗਏ ਨੇ, ਚਾਹੇ ਉਹ ਕਬੱਡੀ ਪਲੇਅਰ ਸੀ ਚਾਹੇ ਕਿਤੇ। ਕੱਲ 2 ਔਰਤਾਂ ਦੀਆਂ ਲਾਸ਼ਾਂ ਮਿਲੀਆਂ, ਤਿੰਨ ਔਰਤਾਂ ਦੀਆਂ ਲਾਸ਼ਾਂ ਮਿਲੀਆਂ। ਸੋ ਮੈਨੂੰ ਲੱਗਦਾ ਕਿ ਕੋਈ ਸੰਜੀਦਗੀ ਹੈ ਹੀ ਨਹੀਂ ਹੈ। ਔਰ ਬਿਲਕੁਲ ਜਿਵੇਂ ਬਾਜਵਾ ਸਾਹਿਬ ਨੇ ਕਿਹਾ ਕਿ ਮੈਨੂੰ ਲੱਗਦਾ ਕਿ ਭਗਵੰਤ ਮਾਨ ਜੀ ਬਿਲਕੁਲ ਉਹਨਾਂ ਨੂੰ ਕੋਈ ਪਤਾ ਨਹੀਂ ਕਿੱਦਾਂ ਸਰਕਾਰ ਚਲਾਉਣੀ ਹੈ। ਸਰਕਾਰ ਨੂੰ ਦਿੱਲੀ ਚਲਾ ਰਹੀ ਹੈ। ਦਿੱਲੀ ਦੇ ਉਹ ਅਨਐਕਸਪੀਰੀਅੰਸ ਲੋਕ ਜਿਨ੍ਹਾਂ ਨੂੰ ਕੇਵਲ ਚਾਹ ਸੀਗਾ ਕਿ ਪੁਲਿਸ ਸਾਡੇ ਅੰਡਰ ਹੋਵੇ, ਲੇਕਿਨ ਉਹਨਾਂ ਨੂੰ ਬਿਲਕੁਲ ਨਹੀਂ ਅੰਦਾਜ਼ਾ ਕਿ ਇਹ ਬਾਰਡਰ ਸਟੇਟ ਹੈ, ਇਹਨੂੰ ਕਿੱਦਾਂ ਸੰਭਾਲਣਾ ਹੈ। ਇਹਨੇ ਸੰਤਾਪ ਹੋ ਗਿਆ ਹੋਇਆ। ਅਨਐਕਸਪੀਰੀਅੰਸ ਲੋਕ ਅੱਜ ਉਸ ਗੱਦੀ ਤੇ ਬੈਠ ਕੇ ਜੋ ਪੰਜਾਬ ਨੂੰ ਜਲਦਾ ਵੇਖ ਰਹੇ ਹੈ। ਅੱਗ ਲੱਗੀ ਪਈ ਹੈ ਪੰਜਾਬ ਨੂੰ। ਬੀਜੇਪੀ ਕਹਿ ਰਹੀ ਹੈ ਕਿ ਜਿਹੜਾ ਰਾਸ਼ਟਰਪਤੀ ਰਾਜ ਲੱਗਣਾ ਚਾਹੀਦਾ, ਤੁਹਾਡਾ ਕੀ ਸਟੈਂਡ ਹੈ ਕਾਂਗਰਸ ਦਾ? ਅਸੀਂ ਸਟੈਂਡ ਦੀ ਗੱਲ, ਅਗਰ ਇਸ ਤਰ੍ਹਾਂ ਦੀਆਂ ਘਟਨਾ ਇਦਾਂ ਹੀ ਨਿਰੰਤਰ ਜਾਰੀ ਰਹੀਆਂ ਤਾਂ ਬਿਲਕੁਲ ਇਹ ਸਰਕਾਰ ਨੂੰ ਬਰਖਾਸਤ ਕਰ ਦੇਣਾ ਚਾਹੀਦਾ। ਮੈਂ ਇੱਕ ਗੱਲ ਐਡ ਕਰਨੀ ਸੀ, 1 ਮਿੰਟ ਮੈਂ ਗੱਲ ਹੈ। ਦੇਖੋ ਜੇ ਸੰਜੀਦਗੀ ਲੈ ਕੇ ਆਣੀ ਤੇ ਪੰਜਾਬ ਦੇ ਲੋਕਾਂ ਨੂੰ ਫੇਰ ਦਿਵਾਣਾ ਕਿ ਅਸੀਂ ਸੀਰੀਅਸ ਹਾਂ ਤੁਹਾਡੇ ਪਰਿਵਾਰਾਂ ਨੂੰ, ਤੁਹਾਡੀ ਜਾਇਦਾਦ ਨੂੰ ਸੇਫਗਾਰਡ ਕਰਨ ਵਾਸਤੇ, ਮੈਂ ਬੇਨਤੀ ਕਰੂੰ ਸਭ ਭਗਵੰਤ ਸਿੰਘ ਮਾਨ ਕਿ ਆਪਣਾ ਪਰਿਵਾਰ ਘੱਟ ਤੋਂ ਘੱਟ ਕੈਨੇਡਾ ਤੋਂ ਜਾਂ ਅਮਰੀਕਾ ਤੋਂ ਇੱਥੇ ਮੰਗਵਾਓ। ਉਹ ਵੀ ਇੱਥੇ ਰਹਿਣ, ਤੁਹਾਨੂੰ ਵੀ ਫਿਕਰ ਰਹੇ ਕਿ ਮਾਪਿਆਂ ਦੇ ਬੱਚੇ ਜਿਹੜੇ ਫਿਰਦੇ ਨੇ ਤੁਹਾਨੂੰ ਵੀ ਫਿਕਰ ਰਹੇ। ਤੋ ਇਸ ਗੱਲ ਕਾਰਨ ਇਟਸ ਅ ਵੈਰੀ ਇੰਪੋਰਟੈਂਟ ਮੈਟਰ ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ। ਆਪਣੇ ਬੱਚੇ ਬਾਹਰ ਨੇ,
ਬਾਕੀਆਂ ਵੱਲ ਆਪਣਾ ਧਿਆਨ ਕੋਈ ਨਹੀਂ। ਜਿੰਨੇ ਇੱਥੋਂ ਦੇ ਨਾਮੀ ਬੰਦੇ ਨੇ ਸਾਰੇ ਅੱਜ ਇਸ ਇਨਸੀਡੈਂਟ ਤੋਂ ਬਾਅਦ ਤੇ ਬਹੁਤ ਸਾਰੇ ਚੰਗੇ ਲੋਕ ਜਿਹੜੇ ਸੋਚਣ ਲੱਗ ਪਏ ਨੇ। ਇਹ ਤਾਂ ਕਹਿੰਦੇ ਸੀ ਮੈਂ ਗੋਰੇ ਇੱਥੇ ਲੈ ਕੇ ਆਣੇ, ਮੈਂ ਕਹਿੰਦਾ ਆਪਣੇ ਹੀ ਰਹਿ ਜਾਣੀ ਜੀ, ਬੜੀ ਵੱਡੀ ਗੱਲ। ਪੰਜਾਬ ਦੇ ਬਹੁਤ ਸਾਰੇ ਸਿੰਗਰ ਕਹਿ ਰਹੇ ਨੇ ਕਿ ਤੁਹਾਡੇ ਚਿੰਤਾ ਦਾ ਵਿਸ਼ਾ ਬਣਿਆ ਹੈ, ਪੰਜਾਬ ਨੂੰ ਰਹਿਣ ਲਾਇਕ ਨਹੀਂ ਬਣਿਆ ਸਾਡੇ ਤੇ ਵੀ ਅਟੈਕ ਹੋ ਸਕਦੇ, ਬੜੇ ਸਾਰੇ ਸਿੰਗਰਾਂ ਨੇ ਚਿੰਤਾ ਦਾ ਇਸੇ ਗੱਲ ਕਰਨ ਨੂੰ ਮੈਂ ਕਿਹਾ ਕਿ ਆਪਣੇ ਬੱਚੇ ਲਿਆਓਗੇ ਤਾਂ ਤੁਸੀਂ ਇਸ ਗੱਲ ਦੀ ਇੰਸ਼ੋਰੈਂਸ ਦਿਓਗੇ ਕਿ ਮੈਂ ਪੰਜਾਬ ਨੂੰ ਸੇਫਗਾਰਡ ਕਰਾਂ, ਕਿਉਂਕਿ ਮੈਂ ਆਪਣੇ ਬੱਚੇ ਇੱਥੇ ਲੈ ਆਂਦੇ। ਜਦੋਂ ਤੁਹਾਡੇ ਬੱਚੇ ਬਾਹਰ ਨੇ ਤੁਸੀਂ ਕਿਸ ਤਰ੍ਹਾਂ ਲੋਕਾਂ ਨੂੰ ਇਸ ਗੱਲ ਦਾ ਫੇਥ ਦੇ ਸਕਦੇ? ਸਿਕਿਉਰਿਟੀ ਕੀ ਹੈ ਲੋਕਾਂ ਨੂੰ? ਸ਼ੋ ਸਿਕਿਉਰਿਟੀ, ਸ਼ੋ ਸਿੰਸੈਰਿਟੀ। Not only singers, yeah. Other people, there are so many other people. 6 जून कल्लूकरा डे है, लेकिन यार एक बंदा सवाल कर लो। 6 जून कल्लूकरा डे है, लेकिन ਜਿਹੜਾ ਜਥੇਦਾਰ ਸਾਹਿਬ ਨੇ ਉਹਨਾਂ ਨੇ ਫੇਰ ਮਨਾ ਕਰਤਾ ਕਿ ਸਿਕਿਉਰਿਟੀ ਨਹੀਂ ਲਊਗਾ। ਕਿੰਨੀ ਵੱਡੀ ਟੈਨਸ਼ਨ ਹੈ। देखो अगर जलील किया जाएगा, सिक्योरिटी के नाम से जलील किया जाएगा, किसी तो 2 सिक्योरिटी गार्ड सी उन्होंने तो एक वापस ले लिया गया, अज फिर ऑर्डर कर दिते गए। हुण जिहड़ा XMLA नॉर्म्स बनाया सी भी 2 सिक्योरिटी गार्ड्स का घल्लूघारा के नाम से एक सिक्योरिटी वापस ले ली। कोई कहता DG कहता घल्लूघारा के नाम से है, मुख मंत्री कह रहा कि नहीं ये वापस ले गए है। ये जलील किया जा रहा जानबुझ के। हालांकि परिवार के मैंबरों को 25-25 और 45-45 लोग ने, सो ये जलील किया जा रहा है। एमी सिंह साहब नूं जलील जो करनगे तो ये कहेंगे कि मैनू तेरी सिक्योरिटी की जरूरत नहीं है। देखो मेरी ये राय सी, एक मिनट छोटे भी 820 ਬੰਦੇ ਨੇ ਕੱਲੇ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਚੀਫ ਮਿਨਿਸਟਰ, ਇਹ ਉਹਦੇ ਚੋਂ 410 ਹਟਾਲੇ ਹੁੰਦੇ ਕਿਸੇ ਨੂੰ ਵਿਡਰਾਅ ਕਰਨ ਦੀ ਲੋੜ। इस तरह का सुनो भाई साहब, एक सेकंड सवाल करन वेले पहला तब नहीं जरूरी नहीं है कि जिस चीज़ की तय च ना जाया जावे या पता ना होवे और सवाल कर देईदा। मेरी बेनती है मैं दोबारे कह रहे हैं, क्यों परचा दर्ज होना चाहिए? वो इस करके होना चाहिए कि जो IB ते रॉ ये गल लिख रही है, जिस व्यक्ति की जान नूं खतरा है, फिर 1 महीना पहले डेली क्राइम ब्रांच थोनू लिख रही है कि उसकी जान नूं खतरा है, फिर तुसी उसकी सिक्योरिटी विड्रॉ की है। और जो बाजवा साहब ने गल कही है, सिक्योरिटी जिन्नी मर्जी रखन, सानू कोई इतराज़ नहीं, भगवंत मान जी नूं मर्जी सिक्योरिटी देन, लेकिन जिन्हां लोगों की जान नूं खतरा है उन्हां तो सिक्योरिटी वापस लैके गैंगस्टरां नूं ना दसन कि मैं ले लिया आके मार दिओ। ये कानूनन तौर पर यह सीक्रेट डॉकूमेंट हुंदा है, नहीं दसना चाहिए। केवल मीडिया दे विच और आपदी वाहवा दे पिछे एक पंजाब दा मुख मंत्री ये गल लिखे कि मैं सिद्धू मूसेवाला दी सिक्योरिटी वापस ले ली है। कौन गुनेगार है? जिस बंदे दी जान नूं खतरा है और सिक्योरिटी वापस लैके छाती ऐ मार के दसिया जा रहा है कि मैं सिक्योरिटी वापस ले लिया, तो 2 दिन बाद हादसा हो जाता है। वो जिहड़े सिक्योरिटी ऑफिसर सी जिन्होंने नलायकी दिखाई, जिन्होंने मुख मंत्री नूं कहना चाहिए सी यार रिपोर्ट्स है, मेरी जान नूं खतरा है। DGP कह रहे हैं कि उहदे कोल बुलेट प्रूफ कार है, जिवें बुलेट प्रूफ इन्होंने दी होवे। जिहड़ा वैपन चलिया AK-94 वो बुलेट प्रूफ नूं भी क्रॉस कर जाता है। पर फिर कह दिता गया हस के की संजीदगी सी सरकार दी। DGP ते और साथी हस के प्रेस कॉन्फ्रेंस कर रहे सी। फिर उन्होंने कल माफ़ी मंगी, दोबारा आपका बयान बदलिया। जिम्मेवारी फिक्स की होएगी, कौन गुनेगार कबूल करेगा? DG करेगा, मुख्यमंत्री के इदा ही मरते रहेंगे लोग। जे साडी सरकार च भी हाँ मर्डर हो गया, लेकिन वो इन्हां कारणा करके हो गया। अज भी मैं ये गल कहना कि अगर संजीदगी सरकार ते पंजाब पुलिस विखाउंदी, सिद्धू मूसेवाला अज जिउंदा हुंदा। जे अज उहदे नाल 5-10 बॉडीगार्ड्स हुंदे तां सिद्धू मूसेवाले नूं शायद जान तो हथ धोने नहीं पैने सी। सर क्या इस तरीके से सरदार जी तुहाडी गल दा मैं जवाब देन लगा। 1 मिनट तुहाडी गल दा ये तो अजे किसी ने डिमांड नहीं की। ये अबैटमेंट टू मर्डर है जिहड़ा अपने फेसबुक ते पा के दसिया कि मैं वापस ले ली ते बाद दे विच दिस इज अबैटमेंट टू मर्डर। ही मे बी इन अ वेरी बिग कॉन्स्टिट्यूशनल पोजीशन। तो इस गल कारण ये चीज़ किहदे कारण हुई? NIA क्यों मांग रहे हैं? लेट द NIA कम, सारे एस्पेक्ट को स्टडी करेगा। सर इस तरीके से पंजाब में क्या आपको लगता नहीं गैंग वॉर फिर से शुरू हो जाएंगे? कैसे हालात बनाएंगे? गैंग वॉर नहीं आज फिर डाला जा रहा है कि अगले की बारी है। जिम्मेदारी कब फिक्स होगी? इसका मतलब ये नहीं है कि फलां सरकार ने
वो किया और हम भी ये करेंगे, या किसी का ये पहले होता आ रहा है तो अब भी होता आएगा, ये नहीं, ये कोई सवाल नहीं। मेरे कहने का मतलब ये कब रुकेगा? क्या डीजीपी का एक बयान कि भाई ये बाहर लोगों ने, जैसा कि वो बेचारे ने, अब देखो सिंगला साहब को इन्होंने पकड़ा, सिंगला साहब को पकड़ने वक्त जब आप लोगों ने मीडिया में लेकर आए तो सिंगला साहब ने कहा कि मैं सही समय ये साजिश है और वक्त आने पर बताऊंगा मेरे साथ क्या हुआ है। तो 3 बार जब रिमांड के बाद उनको भेजा गया तो उनके बाद उन्होंने कहा कि नहीं, मेरी सरकार की कोई दिक्कत नहीं है, वो मेरी मदद कर रही है बाहरली। ये तो एक पक्का बयान हो गया कि बाहर वाली ताकतें इसके ऊपर। बाहर वाली कौन सी ताकत है? पकड़ा तुमने, आज तक वो वीडियो नहीं आया। मेरे कहने का मतलब लोगों को केवल बेवकूफ़ ना बनाया जाए, केवल वन साइडेड आकर आपके सामने बात करते हैं। भगवंत मान मीडिया के सामने क्यों नहीं बैठते? उनको मीडिया के सामने बैठकर हर चीज़ का जवाब देना चाहिए। 2.5 महीनों से मुख्यमंत्री मीडिया के रूबरू नहीं हुआ है क्योंकि उन्होंने एक अपना सेट पैटर्न बना लिया कि मैं एक तरफा बोलूँगा। और कुछ मेरे साथी, मैं सबको नहीं कहना चाहता हूँ, वो जो कहते हैं वो चलाते हैं, वो जो कहते हैं वो चलाते हैं। आज भी एक ऐसे व्यक्ति ने कहा कि हम लोग राजनीति कर रहे थे मूसेवाला के उसके ऊपर। हम राजनीति नहीं करने गए। उनके बाप ने कहा, हमने उनसे बाप से पूछा कि आप क्या चाहते हो? कहते मैं लड़ाई नहीं लड़ सकता, मैं लड़ाई हार चुका हूँ, मैं लड़ाई नहीं लड़ सकता। अगर आप मेरे बेटे की लड़ाई लड़ सकते हो तो लड़ो, मैं नहीं लड़ सकता। कईयों ने कहा कि हम धरना देंगे क्योंकि हमने माँ बाप से पूछना है। अगर माँ बाप कहेगा, कई बार माँ बाप ये समझता है कि शायद मेरे बेटे की डेड बॉडी को लेकर ये सड़क पर आ गए। हम परिवार के साथ है, इसलिए 3 दिन से पूरी कांग्रेस, क्योंकि वो मेरा खाली कांग्रेस का एक वो चुनाव लड़ने वाला व्यक्ति नहीं सी, साडा दोस्त भी सीगा। और उन्होंने बाप ने ये गल कही कि आपकी वजह से 2 साल मेरा बच्चा जीवित रह गया क्योंकि हम लड़ाई लड़ते रहे सिक्योरिटी की उसके साथ। ये उनके पिताजी ने कही बात। और उन्होंने ये भी कहा कि अगले दोस्त मेरा फोन चकदा रही विड़ेंग, मैं अगली जिंदगी तेरे नाल सौखी कट लवांगा।